इस समय की अहम वड्डी खबर आ रही है। नवदीप कौर के मामले ਦੇ ਵਿੱਚ ਨਵਦੀਪ ਕੌਰ ਨੂੰ ਜ਼ਮਾਨਤ ਮਿਲ ਚੁੱਕੀ ਹੈ। 3 ਕੇਸਾਂ ਦੇ ਵਿੱਚ ਜ਼ਮਾਨਤ ਮਿਲਣੀ ਸੀ। 2 ਕੇਸਾਂ ਦੇ ਵਿੱਚ ਪਹਿਲਾਂ ਸੋਨੀਪਤ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ। ਸੋਨੀਪਤ ਵਿੱਚ ਉਹਨੂੰ ਜ਼ਮਾਨਤ ਮਿਲੀ ਸੀ ਤੇ ਉਹ ਕਰਨਾਲ ਜੇਲ੍ਹ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਯਾਨੀ ਕਿ ਤਕਰੀਬਨ 1.5 ਮਹੀਨੇ ਤੋਂ ਬੰਦ ਹੈ ਤੇ ਇਸ ਵਿੱਚ ਜਿੰਨੇ ਵੀ ਕਾਰਕੁਨ ਸੀ, ਜਿੰਨੇ ਵੀ ਰਾਜਨੀਤਿਕ ਨੇਤਾ ਸੀ, ਭਾਵੇਂ ਉਹ ਵਿਰੋਧੀ ਪਾਰਟੀ ਨਾਲ ਜੁੜੇ ਹੋਏ ਹੋਣ ਯਾਨੀ ਕਿ ਆਮ ਆਦਮੀ ਪਾਰਟੀ ਦੇ ਹੋਣ, ਉਹ ਮਿਲਣ ਪਹੁੰਚੇ ਸੀ ਨਵਦੀਪ ਕੌਰ ਨੂੰ, ਪਰ ਮਿਲਣ ਤੱਕ ਨਹੀਂ ਦਿੱਤਾ ਗਿਆ ਸੀ। ਪਰ ਇਸ ਸਮੇਂ ਅਹਿਮ ਅਤੇ ਵੱਡੀ ਖਬਰ ਇਹ ਆ ਰਹੀ ਹੈ ਕਿ ਨਵਦੀਪ ਕੌਰ ਨੂੰ ਤਿੰਨਾਂ ਮਾਮਲਿਆਂ ਦੇ ਵਿੱਚ ਹੁਣ ਜ਼ਮਾਨਤ ਮਿਲ ਚੁੱਕੀ ਹੈ ਤੇ ਜਲਦੀ ਉਹ ਜੇਲ੍ਹ ਤੋਂ ਬਾਹਰ ਹੋਵੇਗੀ। ਤਾਂ ਸਮਾਜਿਕ ਕਾਰਕੁਨ ਹੈ ਨਵਦੀਪ ਕੌਰ, ਜਿਸ ਨੂੰ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਮਿਲੀ ਹੈ। ਸੁਣਵਾਈ ਹੋਈ ਸੀ ਨਵਦੀਪ ਕੌਰ ਦੇ हरियाणा ਦੇ ਵਿੱਚ 3 FIR ਦਰਜ ਕੀਤੀਆਂ ਗਈਆਂ ਸਨ। 2 ਕੇਸਾਂ ਦੇ ਵਿੱਚ ਸੋਨੀਪਤ ਅਦਾਲਤ ਦੇ ਵਿੱਚੋਂ ਪਹਿਲਾਂ ਤੋਂ ਹੀ ਜ਼ਮਾਨਤ ਮਿਲ ਚੁੱਕੀ ਹੈ ਤੇ ਹੁਣ ਤੀਸਰੇ ਮਾਮਲੇ ਦੇ ਵਿੱਚ ਵੀ ਨਵਦੀਪ ਕੌਰ ਨੂੰ ਜ਼ਮਾਨਤ ਮਿਲੀ ਹੈ। ਮਜ਼ਦੂਰ ਅਧਿਕਾਰ ਸੰਗਠਨ ਦੇ ਨਾਲ ਸੰਬੰਧਿਤ ਹੈ ਨਵਦੀਪ ਕੌਰ। ਦਰਅਸਲ ਦੱਸਦੇ ਨੇ ਤੁਹਾਨੂੰ ਕਿ 12 ਜਨਵਰੀ ਨੂੰ ਨਵਦੀਪ ਕੌਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ। ਉਹ ਸਾਰਾ ਮਾਮਲਾ ਕੀ ਸੀਗਾ, ਉਸ ਸੰਬੰਧੀ ਕਿਸਾਨ ਅੰਦੋਲਨ ਵੀ ਚੱਲ ਰਿਹਾ ਸੀ। ਸਿੰਘੂ ਬਾਰਡਰ ਤੇ ਇੱਕ ਹੋਰ ਅੰਦੋਲਨ ਉਸ ਸਮੇਂ ਚੱਲ ਰਿਹਾ ਸੀ। ਸਮਾਜਿਕ ਕਾਰਕੁਨ ਹੈ ਨਵਦੀਪ ਕੌਰ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਨਾਲ ਇੱਕ ਹੋਰ ਸੰਘਰਸ਼ ਚੱਲ ਰਿਹਾ ਸੀ ਸਿੰਘੂ ਬਾਰਡਰ ਤੇ। ਇਸ ਦੌਰਾਨ ਨਵਦੀਪ ਕੌਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਹਾਲਾਂਕਿ ਉਹ ਕਿਸਾਨਾਂ ਦੇ ਨਾਲ ਵੀ ਖੜੀ ਸੀ, ਪਰ ਇਸ ਦੇ ਨਾਲ ਉਹ ਮਜ਼ਦੂਰ ਅਧਿਕਾਰ ਕਾਰਕੁਨ ਹੋਣ ਦੇ ਨਾਤੇ ਉਹਨਾਂ ਮਜ਼ਦੂਰਾਂ ਦੇ ਨਾਲ ਵੀ ਖੜੀ ਸੀ ਜੋ ਕਿ ਸਿੰਘੂ ਬਾਰਡਰ ਤੇ ਹੀ ਪ੍ਰੋਟੈਸਟ ਕਰ ਰਹੇ ਸਨ। 23 ਸਾਲਾ ਲੜਕੀਆਂ ਨਵਦੀਪ ਕੌਰ ਅਤੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਦੇ ਲਈ ਲੜਾਈ ਕਰਦੀ ਆ ਰਹੀ ਹੈ ਕਾਫੀ ਲੰਬੇ ਸਮੇਂ ਤੋਂ ਅਤੇ ਪੰਜਾਬ ਦੀ ਰਹਿਣ ਵਾਲੀ ਹੈ। ਇਸ ਦੇ ਵਿਚਕਾਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਦੋਂ ਅੱਜ ਸੁਣਵਾਈ ਹੋਈ ਤਾਂ ਨਵਦੀਪ ਕੌਰ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਹੈ। ਤੀਜੀ FIR ਦੇ ਵਿੱਚ ਵੀ ਜ਼ਮਾਨਤ ਮਿਲ ਚੁੱਕੀ ਹੈ। ਇਹ ਸਾਰੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਦੇ ਵੱਲੋਂ ਵੀ ਦਿੱਤੀ ਗਈ ਸੀ। ਬੀਤੇ ਦਿਨ ਕਿਹਾ ਗਿਆ ਸੀ ਕਿ ਸਾਨੂੰ ਪੁਰਜ਼ੋਰ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਜਲਦ ਤੋਂ ਜਲਦ ਨਵਦੀਪ ਕੌਰ ਨੂੰ ਜ਼ਮਾਨਤ ਮਿਲ ਸਕੇ। ਤਾਂ ਤੀਸਰੇ ਕੇਸ ਦੇ ਵਿੱਚ ਵੀ ਨਵਦੀਪ ਕੌਰ ਨੂੰ ਜ਼ਮਾਨਤ ਮਿਲੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਇਹ ਵੀ ਕਿਹਾ ਕਿ ਜਲਦ ਹੀ ਉਹਨਾਂ ਨੂੰ ਕਿਹਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਲਦ ਹੀ ਨਵਦੀਪ ਕੌਰ ਨੂੰ ਕਰਨਾਲ ਜੇਲ੍ਹ ਤੋਂ ਵੀ ਰਿਹਾ ਕਰਵਾ ਲਿਆ ਜਾਵੇਗਾ। ਜਲਦ ਹੀ ਨਵਦੀਪ ਕੌਰ ਦੀ ਜ਼ਮਾਨਤ ਜਦੋਂ ਮਨਜ਼ੂਰ ਹੋ ਗਈ ਹੈ ਤਾਂ ਜਲਦੀ ਉਹ ਜੇਲ੍ਹ ਤੋਂ ਵੀ ਬਾਹਰ ਆਵੇਗੀ। ਇਸ ਸੰਬੰਧੀ ਉਹਨਾਂ ਨੇ ਫੇਸਬੁੱਕ ਤੇ ਪੋਸਟ ਵੀ ਪਾਈ ਸੀ ਅਤੇ ਕਿਹਾ ਵੀ ਸੀ ਕਿ ਪੁਰਜ਼ੋਰ ਅਪੀਲ ਕੀਤੀ ਜਾਣੀ ਚਾਹੀਦੀ ਹੈ ਕਿ ਜਲਦ ਤੋਂ ਜਲਦ ਨਵਦੀਪ ਕੌਰ ਬਾਹਰ ਆਵੇ। ਜ਼ਿਕਰਯੋਗ ਹੈ ਕਿ ਨਵਦੀਪ ਕੌਰ ਮੁਕਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਦਲਿਤ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ। ਨਵਦੀਪ ਕੌਰ ਨਾਂ ਦੀ ਲੜਕੀ ਹਰਿਆਣਾ ਦੇ ਵਿੱਚ LED ਬੱਲਬ ਫੈਕਟਰੀ ਦੇ ਵਿੱਚ ਕੰਮ ਕਰਦੀ ਹੈ। ਆਪਣੀ ਨੌਕਰੀ ਛੱਡ ਕੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਹਿੱਸਾ ਪਾ ਰਹੀ ਸੀ ਅਤੇ ਇਸ ਦੇ ਨਾਲ ਮਜ਼ਦੂਰਾਂ ਦੇ ਤੇ ਸੰਘਰਸ਼ ਲਈ ਵੀ ਲਗਾਤਾਰ ਪ੍ਰੋਟੈਸਟ ਕਰ ਰਹੀ ਸੀ ਸਿੰਘੂ ਬਾਰਡਰ ਤੇ। ਪਰਿਵਾਰ ਨੇ ਇਹ ਵੀ ਦੱਸਿਆ ਕਿ ਇਸ ਨਵਦੀਪ ਕੌਰ ਨੇ ਫੈਕਟਰੀ ਮਾਲਕਾਂ ਤੋਂ ਆਪਣੀ ਬਕਾਇਆ ਰਕਮ ਦੀ ਮੰਗ ਕੀਤੀ ਸੀ ਤਾਂ ਕਿ ਫੈਕਟਰੀ ਮਾਲਕ ਹਰਿਆਣਾ ਪੁਲਿਸ ਨੂੰ ਕਹਿ ਕੇ ਲੜਕੀ ਨੂੰ ਹਿਰਾਸਤ ਦੇ ਵਿੱਚ ਭੇਜ ਦਿੱਤਾ। ਇਹ ਸਾਰੇ ਇਲਜ਼ਾਮ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਲਗਾਏ ਗਏ ਸੀ ਤੇ ਹੁਣ ਤਿੰਨੋਂ ਮਾਮਲਿਆਂ ਦੇ ਵਿੱਚ ਨਵਦੀਪ ਕੌਰ ਨੂੰ ਜ਼ਮਾਨਤ ਮਿਲ ਚੁੱਕੀ ਹੈ। 2 ਮਾਮਲਿਆਂ ਦੇ ਵਿੱਚ ਇਸ ਤੋਂ ਪਹਿਲਾਂ ਹੀ ਸੋਨੀਪਤ ਅਦਾਲਤ ਦੇ ਵਿੱਚ ਜ਼ਮਾਨਤ ਮਿਲ ਚੁੱਕੀ ਸੀ, ਪਰ ਇਹ ਤੀਸਰਾ ਮਾਮਲਾ ਜਿਸ ਦੇ ਵਿੱਚ 307 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, 307 ਧਾਰਾ ਲਗਾਈ ਗਈ ਸੀ। ਇਸ ਮਾਮਲੇ ਦੇ ਵਿੱਚ ਵੀ ਨਵਦੀਪ ਕੌਰ ਨੂੰ ਜ਼ਮਾਨਤ ਮਿਲ ਚੁੱਕੀ ਹੈ। ਹਾਈ ਕੋਰਟ ਨੇ ਜ਼ਮਾਨਤ ਦਿੰਦੇ ਹੋਏ ਇਹ ਵੀ ਕਿਹਾ ਕਿ ਉਮੀਦ ਜਤਾਈ ਜਾਂਦੀ ਹੈ ਕਿ ਭਵਿੱਖ ਦੇ ਵਿੱਚ ਅਜਿਹੇ ਮਾਮਲਿਆਂ ਦੇ ਵਿੱਚ ਸਾਹਮਣੇ ਨਹੀਂ ਆਵੇਗੀ। ਇਹ ਖਾਸ ਤੌਰ ਤੇ ਹਾਈ ਕੋਰਟ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਹੋਣ ਤੋਂ ਬਾਅਦ ਉਹਨਾਂ ਦੇ ਵਕੀਲ ਦੇ ਵੱਲੋਂ ਦੱਸਿਆ ਗਿਆ। ਤਾਂ ਇਹ ਸਾਰੀ ਸੁਣਵਾਈ ਮੁਕੰਮਲ ਹੋ ਚੁੱਕੀ ਹੈ। ਹਾਲਾਂਕਿ ਮਾਰ ਕੁੱਟ ਨੂੰ ਲੈ ਕੇ ਯਾਨੀ ਕਿ ਜਿਹੜੀ ਤਸ਼ੱਦਦ ਨਵਦੀਪ ਕੌਰ ਤੇ ਜੇਲ੍ਹ ਦੇ ਅੰਦਰ ਹੋਈ ਸੀ ਉਸ ਨੂੰ ਲੈ ਕੇ ਸਾਰੀ ਸੁਣਵਾਈ ਅਪ੍ਰੈਲ ਤੱਕ ਸਥਗਿਤ ਕਰ ਦਿੱਤੀ ਗਈ। ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ ਤੁਹਾਨੂੰ ਕੀ है सारा मामला। पंजाब एंड हरियाणा हाई कोर्ट ने नवदीप कौर को बेल ग्रांट कर दी है। हमारी जो सारी टीम थी DSCMC की तरफ से, जिसको हेड किया जा रहा था मिस्टर RS चीमा सीनियर एडवोकेट ने, तो ही आर्ग्यूड टुडे एंड शी इज़ बीन ग्रांटेड बेल। उसमें हाई कोर्ट ने इस चीज़ के बारे में ये कहा है कि 307 के रिगार्डिंग कोई भी चीज़ें ऑन रिकॉर्ड नहीं है। सो देयरफॉर उस चीज़ के ऊपर देयर इज़ नो मटीरियल ऑन रिकॉर्ड। देयरफॉर हाई कोर्ट इज़ ऑर्डर्ड कि उसकी उसे बेल ग्रांट कर दी गई है एंड विद अ रिस्ट्रेंट की कोई भी लॉ एंड ऑर्डर सिचुएशन ना क्रिएट हो। सिर्फ एक ये चीज़ मेंशन की है उसमें। और अब उसके जो बेल बॉन्ड्स हैं वो उसकी तैयारी सोनीपत डिस्ट्रिक्ट कोर्ट में जितेंद्र कुमार जी एडवोकेट कर रहे हैं और श्योरिटीज़ जो हैं ऑल ऑफ दैट इज़ बीइंग प्रिपेयर्ड बाय DSCMC। सो उन सारी चीज़ों की तैयारी हो रही है। नाउ वी आर वेटिंग कि जैसे ही ऑर्डर साइन होते हैं वी विल गेट दोज ऑर्डर्स एंड rush to Sonipat
डिस्ट्रिक्ट सर कोर्ट। ग्राउंड्स क्या दिए गए हैं आज की जब जो बहस हुई थी, जो चीज़ें रखी गई थी, क्योंकि हाँ जी। इन्होंने एक पेन ड्राइव भी कोर्ट में दी थी, हरियाणा सरकार हाँ की तरफ जी, से हाँ दी जी, गई हाँ जी। थी कि उसमें कहा गया था कि इसमें क्लैरिफाई हो रहा है कि वो वॉइस कर रही है, वो लोगों को कर रही है। उसी चीज़ के बारे में हाई कोर्ट ने ये कहा था कि जो पेन ड्राइव ऑन रिकॉर्ड लेके आए हैं कि देयर आर सम वीडियोस, हाई कोर्ट हैज सेड दैट इट डज नॉट वांट टू गो ऑन मेरिट्स विद रिस्पेक्ट टू दोज वीडियोस, विद दे हैव ओनली मेंशन दैट वी आर ओनली गोइंग टू, जो मैंने बात कही कि सिर्फ एक पिटिशनर को एक ये चीज़ कोर्ट की तरफ से कही है कि कोई भी ऐसी लॉ एंड ऑर्डर सिचुएशन ना क्रिएट हो, तो ऐसी कोई भी चीज़ ना की जाए। तो क्या वो टू सोनीपत सर डिस्ट्रिक्ट कोर्ट। ग्राउंड्स क्या दिए गए हैं आज की जब जो बहस हुई थी, जो चीज़ें रखी गई थी, क्योंकि हाँ जी। इन्होंने एक पेन ड्राइव भी कोर्ट में दी थी, हरियाणा सरकार हाँ की तरफ जी, से हाँ दी जी, गई हाँ जी। थी कि उसमें कहा गया था कि इसमें क्लैरिफाई हो रहा है कि वो वॉइस कर रही है, वो लोगों को कर रही है। उसी चीज़ के बारे में हाई कोर्ट ने ये कहा था कि जो पेन ड्राइव ऑन रिकॉर्ड लेके आए हैं कि देयर आर सम वीडियोस, हाई कोर्ट हैज सेड दैट इट डज नॉट वांट टू गो ऑन मेरिट्स विद रिस्पेक्ट टू दोज वीडियोस, विद दे हैव ओनली मेंशन दैट वी आर ओनली गोइंग टू, जो मैंने बात कही कि सिर्फ एक पिटिशनर को एक ये चीज़ कोर्ट की तरफ से कही है कि कोई भी ऐसी लॉ एंड ऑर्डर सिचुएशन ना क्रिएट हो, तो ऐसी कोई भी चीज़ ना की जाए। तो क्या वो प्रोटेस्ट साइट विजिट नहीं कर सकती हैं? नहीं, ऐसी कोई बात नहीं, ऐसी कोई बात शी कैन गो एवरीवेयर शी कैन गो, शी इज फ्री ना। और जो इलीगल कन्फाइनमेंट या एलिजेड उनकी डिटेंशन की सुओ मोटो ली थी, वो उसके क्लब बारे में की। द कोर्ट इज गोइंग टू टेक कंसिडरेशन ऑफ इट सेपरेटली। और पुलिस ने आज सारे मेडिकल रिकॉर्ड्स उनके प्लेस किए। हाँ जी, पुलिस ने उनके मेडिकल रिकॉर्ड्स दिए थे विद रिस्पेक्ट टू जब वो जेल में उनको लिया जा रहा था, जब वो जेल में उनको लेके गए हैं, तो उस रिस्पेक्ट में सिर्फ पुलिस लेके आई थी कि उनके ऊपर कोई भी ऐसी चीज़ ऑन रिकॉर्ड नहीं आई है कि जी उन पर कोई मेडिकल कोई ऐसी प्रॉब्लम है। वेराज हमारी तरफ से ये चीज़ आर्ग्यू की गई थी कि सेक्शन 54 के अंदर हमने एक एप्लीकेशन मूव की थी कि उसका जो मेडिकल है वो सेपरेटली कंडक्ट किया जाए, और उस मेडिकल में कुछ चीज़ें ऑन रिकॉर्ड आई थी जिनको हमने आज कोर्ट में फाइल कर दिया। सो दैट विल बी कंसिडर्ड सेपरेटली बाय द हाई कोर्ट। वो जो सुओ मोटो रिट है वो उसमें कंसिडर किया जाएगा। कोर्ट ने उनके मेडिकल रिपोर्ट्स को ਕਰਦਾ ਅੱਜ ਸਾਡੇ ਆਰਐਸ ਚੀਮਾ ਜੀ ਸੀਨੀਅਰ ਲਾਇਰ ਜਿਹੜੇ ਪੇਸ਼ ਹੋਏ ਸੀਗੇ। ਆਰਐਸ ਚੀਮਾ ਜੀ ਨਾਲ ਉਹਨਾਂ ਦਾ ਬੇਟਾ ਅਰਸ਼ਦੀਪ ਚੀਮਾ ਜੀ ਉਹ ਪੇਸ਼ ਹੋਏ ਸੀਗੇ, ਹਰਿੰਦਰ ਸਿੰਘ ਜੀ ਸੀਗੇ, ਮਨਵਿੰਦਰ ਸਿੰਘ ਜੀ ਸੀਗੇ, ਮੈਂ ਪਵਨਦੀਪ ਸਿੰਘ। ਅਸੀਂ ਅੰਡਰ ਦੀ ਗਾਈਡੈਂਸ ਆਫ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੰਮ ਕਰ ਰਹੇ ਹਾਂ ਤੇ ਚੀਮਾ ਸਾਹਿਬ ਨੇ ਬਹੁਤ ਵਧੀਆ ਆਰਗੂਮੈਂਟ ਕੀਤੀ ਅੱਜ ਤੇ ਸਾਨੂੰ ਬੇਲ ਮਿਲੀ ਆ। ਜੱਜ ਦਾ ਵੀ ਇਹੀ ਕਹਿਣਾ ਸੀਗਾ ਕਿ ਪ੍ਰਾਈਮਾ ਫੇਸ਼ਾ ਹੀ ਜਿਹੜਾ ਕੇਸ ਬਣਦਾ ਹੈ ਕਿ ਵੀ ਨੌਦੀਪ ਕੌਰ ਸ਼ੁਡ ਨਾਟ ਬੀ ਕੈਪਟ ਇਨ ਜੇਲ। ਜੇਲ ਇਜ਼ ਦੀ ਬੇਲ ਇਜ਼ ਦੀ ਰਾਈਟ, ਸੋ ਐਜ਼ ਅ ਮੈਟਰ ਆਫ ਰਾਈਟ ਸ਼ੀ ਸ਼ੁਡ ਬੀ ਰਿਲੀਜ਼ਡ ਔਨ ਬੇਲ ਐਜ਼ ਸੂਨ ਐਜ਼ ਵੀ ਉਹਨੂੰ ਟੌਰਚਰ ਕੀਤਾ ਗਿਆ ਹੈ ਜਾਂ ਉਹਦੇ ਨਾਲ ਕੋਈ ਇੰਜਰੀ ਲੱਗੀ ਹੈ ਜਾਂ ਕੋਈ ਐਡਾ ਹੈ, ਉਹ ਉਹਦੇ ਲਈ ਮੈਡੀਕਲ ਔਨ ਰਿਕਾਰਡ ਲੈ ਲਿਆ ਗਿਆ ਹੈ। ਦੋਵੇਂ ਮੈਡੀਕਲਸ ਔਨ ਰਿਕਾਰਡ ਲਏ ਗਏ, ਉਹਦੇ ਲਈ ਉਹ ਕੇਸ ਚੱਲਦਾ ਰਹੇਗਾ। ਬਟ ਜਿਹੜਾ ਅੱਜ ਸੀਗਾ ਸਾਡੀ ਜੱਜ ਦੀ ਪ੍ਰੈਫਰੈਂਸ ਇਹੀ ਸੀ, ਸਾਡੇ ਸੀਮਾ ਸਰ ਦੀ ਪ੍ਰੈਫਰੈਂਸ ਇਹੀ ਸੀਗੀ, ਸਾਡੇ ਦਿੱਲੀ ਕਮੇਟੀ ਦੇ ਜਿਹੜੇ ਸਿਰਸਾ ਸਰ ਨੇ ਜਿਹੜੇ ਸ਼ੁਰੂਆਤੀ ਤੌਰ ਤੋਂ ਲੱਗੇ ਹੋਏ ਆ ਕਿ ਜਿਹੜੇ ਲੋਕ ਇਲੀਗਲੀ ਡਿਟੇਨਡ ਹੋਏ ਆ, ਰੌਂਗਫੁਲੀ ਡਿਟੇਨਡ ਹੋਏ, ਆਪਾਂ ਉਹਨਾਂ ਨੂੰ ਬੇਲ ਕਰਾਣੀ ਹੈ। ਤੇ ਮੈਂ ਧੰਨਵਾਦ ਕਰਦਾ ਚੀਮਾ ਸਰ ਦਾ, ਜੱਜ ਸਾਹਿਬ ਦਾ ਤੇ ਆਪਣੇ ਸਿਰਸਾ ਸਰ ਦਾ ਕਿ ਅੱਜ ਉਹਨਾਂ ਨੂੰ ਬੇਲ ਮਿਲੀ ਆ। ਤੇ ਜਿਹੜਾ ਸੂ ਮੋਟਾ ਮੈਟਰ ਹੈ ਜਿਹਦੇ ਚ ਆਪਾਂ ਮੈਡੀਕਲੀ ਐਗਜ਼ਾਮਿਨ ਹੋਣਾ ਜਾਂ ਟੌਰਚਰ, ਉਹ ਚੱਲਦਾ ਰਹੇਗਾ। ਬਟ ਦੈਨ ਟੂ ਸ਼ੀ ਇਜ਼ ਗ੍ਰਾਂਟਡ ਬੇਲ ਟੂਡੇ। ਕੋਰਟ ਉਹਨੂੰ ਆਬਜ਼ਰਵ ਕਰਦੀ ਰਹੇਗੀ, ਦੈਟ ਵਿਲ ਗੋ ਔਨ ਟ੍ਰਾਇਲ ਆਲਸੋ, ਔਰ ਚੱਲਦਾ ਰਹੇਗਾ। ਸਾਡਾ ਮੇਨ ਮਕਸਦ ਸੀਗਾ ਨੌਦੀਪ ਕੌਰ ਨੂੰ ਬਾਹਰ ਕਢਾਣਾ। ਸ਼ੀ ਵਾਸ ਰੌਂਗਫੁਲੀ ਡਿਟੇਨਡ, ਉਹ ਇੱਕ ਐਕਟਿਵਿਸਟ ਸੀਗੀ, ਉਹ ਲੇਬਰ ਲਈ ਕੰਮ ਕਰ ਰਹੀ ਸੀਗੀ, ਫਾਰਮਰਸ ਲਈ ਕੰਮ ਕਰ ਰਹੀ ਸੀ, ਜਿਹਦੇ ਲਈ ਅਸੀਂ ਲੱਗੇ ਹੋਏ ਸੀ, ਦਿਨ ਰਾਤ ਮਿਹਨਤ ਕਰ ਰਹੇ ਸੀ। ਅਸੀਂ ਸਾਰਿਆਂ ਦੀ ਇਹ ਕੋਸ਼ਿਸ਼ ਸੀ ਨੌਦੀਪ ਬਾਹਰ ਆਏ। ਸੋ ਜੱਜ ਆਲਸੋ ਟੁਕ ਦੀ ਪ੍ਰਾਇਰ ਪ੍ਰੈਫਰੈਂਸ ਕਿ ਵੀ ਪ੍ਰਾਈਮਾ ਫੇਸ਼ੀਆ ਕੇਸ ਇਜ਼ ਮੇਡ ਆਊਟ ਕਿ ਵੀ ਨੌਦੀਪ ਕੌਰ ਨੂੰ ਇਸ ਵੇਲੇ ਅੰਦਰ ਰੱਖਣ ਦਾ ਕੋਈ ਮਤਲਬ ਨਹੀਂ ਬਣਦਾ। ਸੋ ਸ਼ੀ ਇਜ਼ ਬੀਨ ਰਿਲੀਜ਼ਡ।